ਸੁਣਵਾਈ ਨਹੀਂ ਹੁੰਦੀ। ਮੈਂ ਕੋਈ ਸਾਲਾਂ ਤੋਂ ਜਿਹੜੇ ਲੋਕ ਇਲਾਜ ਲੀਕ ਰਹੇ ਸੀ। ਆ ਜਾਓ ਉਹਨਾਂ ਨੂੰ ਬੁਲਾ ਲਓ। ਹੁਣ ਲੱਗਦਾ ਤੁਸੀਂ ਜਦੋਂ ਉੱਥੇ ਸੀਐਮ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਉਹਨਾਂ ਨੇ ਬੁਲਾਇਆ, ਕੀ ਗੱਲਬਾਤ ਹੋਈ ਸੀ ਜਾਂ ਕਿੱਦਾਂ ਉਹਨਾਂ ਨੇ ਤੁਹਾਨੂੰ ਭਰੋਸਾ ਦਿਵਾਇਆ ਕਿ ਹੁਣ ਤੁਹਾਡਾ ਕੰਮ ਜਿਹੜਾ ਹੈ ਇੰਨੀ ਦੇਰ ਦਾ ਲਟਕਿਆ ਹੋਇਆ, ਇੰਨੇ ਸਾਲ ਹੋ ਗਏ ਵੀ ਤੁਸੀਂ ਭ੍ਰਿਸ਼ਟਾਚਾਰ ਦਾ ਜਿਹੜਾ ਤੁਹਾਨੂੰ ਸਹਿਣੇ ਪੈ ਰਹੇ, ਤੇ ਤੁਸੀਂ ਕੀ ਗੱਲਬਾਤ ਕੀਤੀ? ਪਹਿਲਾਂ ਤਾਂ ਜੀ ਪੁਲਿਸ ਦੀ ਕੋਸ਼ਿਸ਼ ਸੀ ਕਿ ਮੈਂ ਉੱਥੇ ਤੱਕ ਜਾਵਾਂ ਹੀ ਨਾ, ਮੇਰਾ ਮੂੰਹ ਹੀ ਬੰਦ ਕਰਨਾ ਸ਼ੁਰੂ ਕਰਤਾ। ਅਸੀਂ ਵੀਡੀਓ ਦੇਖੀ, ਕਾਫੀ ਤੁਸੀਂ ਮਤਲਬ ਕੋਸ਼ਿਸ਼ ਕਰ ਰਹੇ ਸੀ ਗੱਲਬਾਤ ਕਰਨ ਦੀ, ਤਾਂ ਸੀਐਮ ਭਗਵੰਤ ਮਾਨ ਆਪ ਹੀ ਤੁਹਾਨੂੰ ਬੁਲਾਉਂਦੇ ਨੇ ਵੀ ਤੁਸੀਂ ਸਟੇਜ ਤੇ ਸਾਡੇ ਨਾਲ ਗੱਲਬਾਤ ਕਰਨ ਆਓ, ਤੁਹਾਡੇ ਦੁੱਖ ਜਿਹੜੇ ਨੇ ਬਹੁਤ ਜਿਹੜੀ ਹੈ ਪਹੁੰਚਦੇ ਲੋਕ ਉੱਥੇ ਦੁੱਖ ਲੈ ਕੇ ਪਹੁੰਚਦੇ ਨੇ। ਮੈਨੂੰ ਮੁੱਖ ਮੰਤਰੀ ਜੀ ਦਾ ਪੂਰਾ ਨਾਸ ਹੈ, ਉਹ ਇਨਸਾਫ ਦੇਣਗੇ, ਉਹ ਦੇਣਾ ਵੀ ਚਾਹੁੰਦੇ ਨੇ, ਲੇਕਿਨ ਜਿਹੜੇ ਅਧਿਕਾਰੀ ਨੇ, ਕਰਪਟ ਅਧਿਕਾਰੀ, ਸਾਰਿਆਂ ਦਾ ਨਹੀਂ ਕਹਾਂਗਾ ਵੀ ਇਹ ਤੁਹਾਨੂੰ ਪਤਾ ਹੈ ਆਟੇ 'ਚ ਲੂਣ ਵਰਗੇ ਹੀ ਹੁੰਦੇ ਨੇ, ਲੇਕਿਨ ਇਹ ਜ਼ਹਿਰ ਬਣਾ ਦਿੰਦੇ ਨੇ ਉਸ ਆਟੇ ਨੂੰ। ਸਾਡੇ ਜੋ ਆਈਓ ਸਾਹਿਬ ਨੇ ਜਿਨ੍ਹਾਂ ਨੇ ਇਹ 420/67 ਚ ਉਹਨਾਂ ਦੀ ਰਿਸ਼ਵਤ ਲੈਂਦੇ ਦੀ ਵੀ ਕਾਲ ਰਿਕਾਰਡਿੰਗ ਸਾਡੇ ਕੋਲ ਹੈ। ਨਹੀਂ ਭਾਜੀ, ਉਹ 10,000 ਰੁਪਇਆ ਤੁਸੀਂ ਮੋੜ ਦਿਓ ਭਾਜੀ, ਮੈਂ ਤੁਹਾਨੂੰ ਸਹੀ ਗੱਲ ਕਹਾਂ। ਮੈਂ ਕਹਿੰਦਾ ਜੀ ਤੂੰ 10,000 ਰੁਪਏ ਵਿੱਚ ਮਰੀ ਜਾਂਦਾ ਯਾਰ ਗੱਲਾਂ। ਉਹ ਤਾਂ ਭਾਜੀ ਤੁਹਾਨੂੰ ਮੈਂ ਪ੍ਰੂਫ ਦੇ ਦੂੰਗਾ, ਚਲੋ ਉਹਦੀ ਕਿਹੜੀ ਗੱਲ ਹੈ। ਸਾਲ 2003 ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਮੇਰੀ ਲੱਤ ਟੁੱਟ ਗਈ ਸੀਗੀ, ਮੈਂ ਕਾਫੀ ਮਹੀਨੇ ਮੰਜੇ ਤੇ ਰਿਹਾ, ਉਦੋਂ ਬੱਚੇ ਛੋਟੇ ਸੀਗੇ। ਮੇਰੇ ਇੱਕ ਦੋਸਤ ਸੀ ਸਰਦਾਰ ਜਸਵੰਤ ਸਿੰਘ ਜੋਧਕਾ, ਜੋ ਹੁਣ ਇਸ ਦੁਨੀਆ 'ਚ ਨਹੀਂ ਨੇ, ਤੇ ਮੈਂ ਉਹਨਾਂ ਅੱਗੇ ਬੇਨਤੀ ਕੀਤੀ, ਮੈਂ ਕਿਹਾ ਜੋਧਕਾ ਸਾਹਿਬ ਇੱਕ 50,000 ਰੁਪਈਆ ਚਾਹੀਦਾ। ਜੋਧਕਾ ਸਾਹਿਬ ਕਹਿੰਦੇ ਕਿ ਪੱਖੋਵਾਲ ਰੋਡ ਤੇ ਇੱਕ ਫਾਈਨੈਂਸਰ ਹੈਗਾ, ਮੈਂ ਤੈਨੂੰ ਉਹਦੇ ਕੋਲ ਮਿਲਾ ਦੇਣਾ, ਫਿਲਹਾਲ ਮੇਰੇ ਕੋਲ ਨਹੀਂ ਨੇ। ਮੈਂ ਉਹਨਾਂ ਨਾਲ ਗਿਆ, ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲੋਂ ਕੋਰੇ ਚੈੱਕ ਤੇ ਕੋਰੇ ਸਟਾਂਪ ਲਾਂਗੇ ਤੁਹਾਡੇ ਤੇ ਤੁਹਾਡੀ ਪਤਨੀ ਦੇ, ਤੇ ਜਦੋਂ ਤੁਸੀਂ ਪੈਸੇ ਦੇ ਦੋਗੇ ਤੁਹਾਡੇ ਅਸੀਂ ਕਾਗਜ਼ਾਤ ਮੋੜ ਦਾਂਗੇ। 3-4 ਮਹੀਨਿਆਂ ਬਾਅਦ ਪੈਸੇ ਵਾਪਸ ਕਰਨ ਤੋਂ ਬਾਅਦ ਮੂਲ ਤੇ ਵਿਆਜ ਵੀ ਇਹਨਾਂ ਨੇ ਸਾਨੂੰ, ਉਹ ਫਾਈਨੈਂਸਰ ਨੇ ਸਾਡੇ ਕਾਗਜ਼ ਨਹੀਂ ਮੋੜੇ। ਅਗਲੇ ਹਫਤੇ ਦੇ ਦਾਂਗਾ, ਕਿਤੇ ਰੱਖੇ ਹੋਏ ਨੇ, ਕਹਿੰਦੇ ਉਹਨੇ ਕਾਫੀ ਚਿਰ ਲੰਘਾ ਦਿੱਤਾ। ਸਾਲ 2009 ਦੇ ਵਿੱਚ ਇੱਕ ਮੇਰਾ ਬੱਚਾ ਬੰਬੇ ਗਿਆ, ਵੈਲ ਸੈਟਲ ਹੋ ਗਿਆ, ਕਾਰੋਬਾਰ ਸਾਡਾ ਵਧੀਆ ਚੱਲ ਪਿਆ। ਉਹਦੀ ਨਿਗਾਹ ਹੀ ਇਸੇ ਗੱਲ ਤੇ ਸੀ, ਉਹਨੇ ਬਹੁਤ ਸਾਰੇ ਬੰਦੇ ਇਸੇ ਤਰ੍ਹਾਂ ਸ਼ਿਕਾਰ ਬਣਾਏ ਨੇ, 200-250 ਬੰਦਿਆਂ ਤੇ ਪਰਚਾ ਕਰਾਇਆ, ਤੇ ਮੇਰੇ ਤੋਂ ਇਹਨੇ ਪੈਸਿਆਂ ਦੀ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਜੇ ਨਹੀਂ ਦੇਗਾ ਤੇਰੇ ਕੋਰੇ ਕਾਗਜ਼ਾਤ ਪਏ ਨੇ, ਤੇਰੇ ਤੇ ਝੂਠੇ ਪਰਚੇ ਪਾ ਦਾਂਗਾ। ਮੈਂ ਦੇਖ ਚੁੱਕਿਆ ਸੀ, ਮੈਂ ਉਹਦੇ ਦਫ਼ਤਰ ਕਈ ਵਾਰੀ ਮੈਨੂੰ ਬੁਲਾਉਂਦਾ ਹੁੰਦਾ ਸੀ, ਦਿਖਾਉਂਦਾ ਸੀ ਸਪੈਸ਼ਲ, ਆਹ ਦੇਖ ਮੈਂ ਇਹਦੇ ਤੇ ਪਰਚਾ ਕਰਾਇਆ, ਆਹ ਦੇਖ ਇਹਦੇ ਤੇ ਕਰਾਇਆ। ਆਮ ਧਮਕੀ ਵਾਲੀ ਗੱਲ ਹੋ ਗਈ, 2003 ਦਾ ਵਾਕਿਆ 6 ਸਾਲ ਬਾਅਦ ਫਿਰ ਧਮਕੀਆਂ ਮੁੜ ਦੇਣੀਆਂ ਜਿਹੜੀਆਂ ਸ਼ੁਰੂ ਕਰਤੀਆਂ। ਹਾਂਜੀ, ਉਹ ਮੈਂ ਕਾਗਜ਼ਾਤ ਅਖਬਾਰਾਂ 'ਚ ਖਬਰਾਂ ਦੇਖਣੀਆਂ, ਕੋਰਟ ਦੇ ਕਾਗਜ਼ ਦੇਖਣੇ, ਮੇਰੇ ਮਨ 'ਚ ਇੱਕ ਬੜਾ ਦਹਿਸ਼ਤ ਵਿਆਪਤ ਸੀ ਕਿ ਇਹ ਬੰਦਾ ਕੁਝ ਵੀ ਕਰ ਸਕਦਾ। ਮੈਂ ਉਹਦੀ ਡਿਮਾਂਡ ਪੂਰੀ ਕਰੀ ਗਿਆ, ਬੱਚੇ ਕਮਾਈ ਗਏ, ਮੈਂ ਉਹਨੂੰ ਦੇਈ ਗਿਆ, ਇਹ ਕਮਾਈ ਗਏ, ਇਹ ਬੱਚੇ ਮੇਰੇ ਖਾਤੇ 'ਚ ਪਾਉਂਦੇ ਸੀ ਮੇਰੀ ਵਾਈਫ ਤੇ, ਮੈਂ ਕਢਾ ਕੇ ਉਹਨੂੰ ਦੇ ਦੇਣੇ। ਉਹ ਤੁਹਾਨੂੰ ਮੈਂ ਬੈਂਕ ਦੀ ਸਟੇਟਮੈਂਟ ਵੀ ਦੇ ਸਕਦਾ ਕਿ ਮੈਂ ਕਿੰਨੇ ਪੈਸੇ ਅੱਜ ਤੱਕ ਕਢਾਏ ਨੇ। ਤੁਸੀਂ ਜਿਵੇਂ ਹੁਣ ਗੱਲ ਕਰ ਰਹੇ ਹੋ 2003, ਤੁਸੀਂ 3 ਮਹੀਨੇ ਬਾਅਦ ਪੈਸੇ ਮੋੜਦੇ, ਹੁਣ ਤੱਕ ਤੁਸੀਂ ਉਹਨੂੰ ਲਗਭਗ ਕਿੰਨਾ ਜਿਹੜਾ ਪੈਸਾ ਦੇ? ਕਰੋੜਾਂ ਰੁਪਏ 'ਚ ਹੈ ਜੀ, ਉਹ ਸਟੇਟਮੈਂਟ ਕਢਾ ਕੇ ਹੀ ਦੱਸੂਗਾ ਮੈਂ। ਠੀਕ ਹੈ ਜੀ, ਕਰੋੜਾਂ ਰੁਪਏ ਦਿੱਤਾ, ਇੰਨੀ ਗੱਲ ਪੱਕੀ ਹੈ। ਇਸ ਬੰਦੇ ਨੇ ਉਸ ਤੋਂ ਬਾਅਦ ਜੀ ਜਦੋਂ ਬਹੁਤ ਸਾਨੂੰ ਖਾਲੀ ਕਰ ਦਿੱਤਾ, 2020 ਦੇ ਵਿੱਚ ਮੈਂ ਤੰਗ ਆ ਕੇ ਇੱਕ ਵਕੀਲ ਸਾਹਿਬ ਨੂੰ ਮਿਲ ਕੇ 21/20 ਨੂੰ ਇੱਕ ਸਿਵਲ ਸੂਟ ਦਾਖਲ ਕੀਤਾ ਕਿ ਮੇਰੇ ਜਿਹੜੇ ਕੋਰੇ ਕਾਗਜ਼ਾਤ ਤੇ ਕੋਲ ਅਮਾਨਤ ਦੇ ਤੌਰ ਪਏ ਨੇ ਉਹ ਮੈਨੂੰ ਵਾਪਸ ਕਰਾਏ ਜਾਣ। ਜਦੋਂ ਇਹਨੂੰ ਸੰਮਣ ਗਏ ਤੇ ਇਹ ਹੋਰ ਐਕਟਿਵ ਹੋ ਗਿਆ। ਕਿਤੇ ਨਾ ਕਿਤੇ ਅਧਿਕਾਰੀ ਉਹ ਤੇ ਕਮਿਸ਼ਨ ਵਿੱਚ ਵੀ ਭ੍ਰਿਸ਼ਟਾਚਾਰ 'ਚ ਲਿਪਤ ਹੈਗੇ ਨੇ। ਇਹ ਮਾਨਯੋਗ ਚੇਅਰਮੈਨ ਸਾਹਿਬ ਜਿਹੜੇ ਕਮਿਸ਼ਨ ਦੇ ਹੈਗੇ ਨੇ, ਉਹਨਾਂ ਅੱਗੇ ਮੇਰੀ ਬੇਨਤੀ ਹੈ ਕਿ ਇਹਦੇ ਤੇ ਥੋੜੀ ਜਿਹੀ ਨਕੇਲ ਕੱਸੀ ਜਾਵੇ। ਮੈਨੂੰ ਪੂਰੀ ਆਸ ਹੈ ਜੇ ਮੈਨੂੰ ਇਨਸਾਫ ਨਾ ਮਿਲਿਆ, ਅਸੀਂ ਸਾਰਾ ਪਰਿਵਾਰ ਜੀ, ਪਹਿਲਾਂ ਵੀ ਮੈਂ ਕਈਆਂ ਨੂੰ ਕਹਿ ਚੁੱਕਿਆ, ਅਸੀਂ ਸਾਰੇ ਸੁਸਾਈਡ ਕਰ ਲਾਂਗੇ। ਸਾਡੇ ਤੇ ਜੋ ਬੀਤੀ ਨਾ 20 ਸਾਲਾਂ 'ਚ, ਇਹ ਤਾਂ ਹੁਣ ਇੱਕ ਵਾਰ ਮਰਾਂਗੇ, ਅਸੀਂ ਰੋਜ਼ ਮਰਦੇ ਹਾਂ। ਇਸ ਕਰਕੇ ਹੁਣ ਨਾ ਜਿੱਦਾਂ ਕਹਿ ਲਓ ਸਬਰ ਦਾ ਪੈਮਾਨਾ ਛਲਕ ਗਿਆ, ਹੁਣ ਖਤਮ ਹੋ ਚੁੱਕੀ ਹੈ ਬਸ। ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਬਲੀਨ ਕੌਰ। ਕੱਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿੱਥੇ ਕਿ ਸੀਐਮ ਭਗਵੰਤ ਮਾਨ ਜਦੋਂ ਅੰਮ੍ਰਿਤਸਰ ਦੇ ਵਿੱਚ ਦੌਰਾ ਕਰਨ ਪਹੁੰਚਦੇ ਨੇ, ਨਾਲ ਉਹਨਾਂ ਦੇ ਅਰਵਿੰਦ ਕੇਜਰੀਵਾਲ ਜੀ ਵੀ ਮੌਜੂਦ ਹੁੰਦੇ ਨੇ, ਰਾਘਵ ਚੱਡਾ ਜੀ ਵੀ ਮੌਜੂਦ ਹੁੰਦੇ ਨੇ, ਤਾਂ ਉਸ ਪ੍ਰੋਗਰਾਮ ਦੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਇੱਕ ਤਰ੍ਹਾਂ ਸਪੀਚ ਦੇ ਦੌਰਾਨ ਇੰਟਰਪਸ਼ਨ ਜਿਹੜੀ ਕੀਤੀ ਜਾਂਦੀ ਹੈ ਔਰ ਆਪਣਾ ਦੁੱਖ ਜਿਹੜਾ ਹੈ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਅਫਸਰ ਨੇ ਉਹਨਾਂ ਦੇ ਕੋਲੋਂ ਕਾਫੀ ਰਿਸ਼ਵਤ ਲੈ ਚੁੱਕੇ ਨੇ। ਤਾਂ ਉਹ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਕਾਫੀ ਸਵਾਲ ਜਿਹੜੇ ਨੇ ਅਫਸਰਾਂ ਦੇ ਉੱਤੇ ਵੀ ਚੱਕੇ ਜਾਂਦੇ ਨੇ। ਉੱਤੇ ਹੀ ਸਪੀਚ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਸਪੈਸ਼ਲੀ ਇਹਨਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਜਾਂਦੀ ਹੈ। ਸਾਰੀ ਜਾਣਕਾਰੀ ਲੈਣੇ ਆ, ਅਮਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਕੀ ਨੌਬਤ ਪੈ ਗਈ ਸੀ ਜਦੋਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਾਂਦੇ ਹੋ, ਇੰਨੀ ਵੱਡੀ ਜਿਹੜਾ ਪ੍ਰੋਗਰਾਮ ਚੱਲਦਾ ਹੁੰਦਾ, ਸਪੀਚ ਦੇ ਦੌਰਾਨ ਤੁਹਾਨੂੰ ਆਵਾਜ਼ ਮਾਰ ਕੇ ਸੀਐਮ ਭਗਵੰਤ ਮਾਨ ਨੂੰ ਬੁਲਾਉਣਾ ਪੈਂਦਾ, ਆਪਣਾ ਦੁੱਖ ਜਿਹੜਾ ਉਹਨਾਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਕੀ ਗੱਲ ਕੀ ਸੀ? ਸਾਲ 2003 ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਮੇਰੀ ਲੱਤ ਟੁੱਟ ਗਈ ਸੀਗੀ, ਮੈਂ ਕਾਫੀ ਮਹੀਨੇ ਮੰਜੇ ਤੇ ਰਿਹਾ, ਉਦੋਂ ਬੱਚੇ ਛੋਟੇ ਸੀਗੇ, ਤੇ
ਮੈਨੂੰ ਦਸੰਬਰ 2023 ਚ ਕੁਝ ਪੈਸਿਆਂ ਦੀ ਲੋੜ ਪਈ। ਮੇਰੇ ਇੱਕ ਦੋਸਤ ਸੀ ਸਰਦਾਰ ਜਸਵੰਤ ਸਿੰਘ ਜੋਧਕਾ, ਜੋ ਹੁਣ ਇਸ ਦੁਨੀਆ 'ਚ ਨਹੀਂ ਨੇ, ਤੇ ਮੈਂ ਉਹਨਾਂ ਅੱਗੇ ਬੇਨਤੀ ਕੀਤੀ। ਮੈਂ ਕਿਹਾ ਜੋਧਕਾ ਸਾਹਿਬ ਇੱਕ 50,000 ਰੁਪਈਆ ਚਾਹੀਦਾ। ਜੋਧਕਾ ਸਾਹਿਬ ਕਹਿੰਦੇ ਕਿ ਪੱਖੋਵਾਲ ਰੋਡ ਤੇ ਇੱਕ ਫਾਈਨੈਂਸਰ ਹੈਗਾ, ਮੈਂ ਤੈਨੂੰ ਉਹਦੇ ਕੋਲ ਮਿਲਾ ਦੇਣਾ, ਫਿਲਹਾਲ ਮੇਰੇ ਕੋਲ ਨਹੀਂ ਨੇ। ਮੈਂ ਉਹਨਾਂ ਨਾਲ ਗਿਆ, ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲੋਂ ਕੋਰੇ ਚੈੱਕ ਤੇ ਕੋਰੇ ਸਟਾਂਪ ਲਾਂਗੇ ਤੁਹਾਡੇ ਤੇ ਤੁਹਾਡੀ ਪਤਨੀ ਦੇ, ਤੇ ਜਦੋਂ ਤੁਸੀਂ ਪੈਸੇ ਦੇ ਦੋਗੇ ਤੁਹਾਡੇ ਅਸੀਂ ਕਾਗਜ਼ਾਤ ਮੋੜ ਦਾਂਗੇ। ਮੈਂ ਉਹਨਾਂ ਕੋਲੋਂ 50,000 ਰੁਪਏ ਲਏ, ਉਹਨਾਂ ਦੇ ਕਹਿਣ ਦੀ ਡਿਮਾਂਡ ਪੂਰੀ ਕੀਤੀ, ਕੋਰੇ ਆਪਣੇ ਚੈੱਕ ਤੇ ਆਪਣੀ ਵਾਈਫ ਦੇ ਕੋਰੇ ਸਟਾਂਪ ਦੇ ਦਿੱਤੇ। 3-4 ਮਹੀਨਿਆਂ ਬਾਅਦ ਪੈਸੇ ਵਾਪਸ ਕਰਨ ਤੋਂ ਬਾਅਦ ਮੂਲ ਤੇ ਵਿਆਜ ਵੀ ਇਹਨਾਂ ਨੇ ਸਾਨੂੰ, ਉਹ ਫਾਈਨੈਂਸਰ ਨੇ ਸਾਡੇ ਕਾਗਜ਼ ਨਹੀਂ ਮੋੜੇ। ਅਗਲੇ ਹਫਤੇ ਦੇ ਦਾਂਗਾ ਕਿਤੇ ਰੱਖੇ ਹੋਏ ਨੇ, ਕਹਿੰਦੇ ਉਹਨੇ ਕਾਫੀ ਚਿਰ ਲੰਘਾ ਦਿੱਤਾ। ਸਾਲ 2009 ਦੇ ਵਿੱਚ ਇੱਕ ਮੇਰਾ ਬੱਚਾ ਬੰਬੇ ਗਿਆ, ਵੈਲ ਸੈਟਲ ਹੋ ਗਿਆ, ਕਾਰੋਬਾਰ ਸਾਡਾ ਵਧੀਆ ਚੱਲ ਪਿਆ। ਉਹਦੀ ਨਿਗਾਹ ਹੀ ਇਸੇ ਗੱਲ ਤੇ ਸੀ। ਉਹਨੇ ਬਹੁਤ ਸਾਰੇ ਬੰਦੇ ਇਸੇ ਤਰ੍ਹਾਂ ਸ਼ਿਕਾਰ ਬਣਾਏ ਨੇ, 200-250 ਬੰਦਿਆਂ ਤੇ ਪਰਚਾ ਕਰਾਇਆ, ਤੇ ਮੇਰੇ ਤੋਂ ਇਹਨੇ ਪੈਸਿਆਂ ਦੀ ਉਗਰਾਹੀ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਜੇ ਨਹੀਂ ਦੇਗਾ ਤੇਰੇ ਕੋਰੇ ਕਾਗਜ਼ਾਤ ਪਏ ਨੇ, ਤੇਰੇ ਤੇ ਝੂਠੇ ਪਰਚੇ ਪਾ ਦਾਂਗਾ। ਮੈਂ ਦੇਖ ਚੁੱਕਿਆ ਸੀ, ਮੈਂ ਉਹਦੇ ਦਫ਼ਤਰ ਕਈ ਵਾਰੀ ਇਹ ਮੈਨੂੰ ਬੁਲਾਉਂਦਾ ਹੁੰਦਾ ਸੀ, ਦਿਖਾਉਂਦਾ ਸੀ ਸਪੈਸ਼ਲ, ਆਹ ਦੇਖ ਮੈਂ ਇਹਦੇ ਤੇ ਪਰਚਾ ਕਰਾਇਆ, ਆਹ ਦੇਖ ਇਹਦੇ ਤੇ ਕਰਾਇਆ। ਇਹ ਤਾਂ ਸ਼ਰੇਆਮ ਧਮਕੀ ਵਾਲੀ ਗੱਲ ਹੋ ਗਈ। 2003 ਦਾ ਵਾਕਿਆ, 6 ਸਾਲ ਬਾਅਦ ਫਿਰ ਧਮਕੀਆਂ ਮੁੜ ਦੇਣੀਆਂ ਜਿਹੜੀਆਂ ਸ਼ੁਰੂ ਕਰਤੀਆਂ। ਹਾਂਜੀ, ਉਹ ਮੈਂ ਕਾਗਜ਼ਾਤ ਅਖਬਾਰਾਂ 'ਚ ਖਬਰਾਂ ਦੇਖਣੀਆਂ, ਕੋਰਟ ਦੇ ਕਾਗਜ਼ ਦੇਖਣੇ, ਮੇਰੇ ਮਨ 'ਚ ਇੱਕ ਬੜਾ ਦਹਿਸ਼ਤ ਵਿਆਪਤ ਸੀ ਕਿ ਇਹ ਬੰਦਾ ਕੁਝ ਵੀ ਕਰ ਸਕਦਾ। ਮੈਂ ਉਹਦੀ ਡਿਮਾਂਡ ਪੂਰੀ ਕਰੀ ਗਿਆ, ਬੱਚੇ ਕਮਾਈ ਗਏ, ਮੈਂ ਉਹਨੂੰ ਦੇਈ ਗਿਆ, ਇਹ ਕਮਾਈ ਗਏ, ਇਹ ਬੱਚੇ ਮੇਰੇ ਖਾਤੇ 'ਚ ਪਾਉਂਦੇ ਸੀ, ਮੇਰੀ ਵਾਈਫ ਦੇ ਮੈਂ ਕਢਾ ਕੇ ਉਹਨੂੰ ਦੇ ਦੇਣੇ। ਉਹ ਤੁਹਾਨੂੰ ਮੈਂ ਬੈਂਕ ਦੀ ਸਟੇਟਮੈਂਟ ਵੀ ਦੇ ਸਕਦਾ ਕਿ ਮੈਂ ਕਿੰਨੇ ਪੈਸੇ ਅੱਜ ਤੱਕ ਕਢਾਏ ਨੇ। ਤੇ ਤੁਸੀਂ ਜਿਵੇਂ ਹੁਣ ਗੱਲ ਕਰ ਰਹੇ ਹੋ 2003, ਤੁਸੀਂ 3 ਮਹੀਨੇ ਬਾਅਦ ਪੈਸੇ ਮੋੜਤੇ, ਹੁਣ ਤੱਕ ਤੁਸੀਂ ਉਹਨੂੰ ਲਗਭਗ ਕਿੰਨਾ ਜਿਹੜਾ ਪੈਸਾ ਦੇ ਕਰੋੜਾਂ ਰੁਪਏ 'ਚ ਹੈ ਜੀ। ਉਹ ਸਟੇਟਮੈਂਟ ਕਢਾ ਕੇ ਹੀ ਦੱਸੂਗਾ ਮੈਂ। ਠੀਕ ਹੈ ਜੀ, ਕਰੋੜਾਂ ਰੁਪਏ ਦਿੱਤਾ, ਇੰਨੀ ਗੱਲ ਪੱਕੀ ਹੈ। ਇਸ ਬੰਦੇ ਨੇ ਉਸ ਤੋਂ ਬਾਅਦ ਜੀ ਜਦੋਂ ਬਹੁਤ ਸਾਨੂੰ ਖਾਲੀ ਕਰ ਦਿੱਤਾ, 2020 ਦੇ ਵਿੱਚ ਮੈਂ ਤੰਗ ਆ ਕੇ ਇੱਕ ਵਕੀਲ ਸਾਹਿਬ ਨੂੰ ਮਿਲ ਕੇ 20 ਨੂੰ ਇੱਕ ਸਿਵਲ ਸੂਟ ਦਾਖਲ ਕੀਤਾ ਕਿ ਮੇਰੇ ਜਿਹੜੇ ਕੋਰੇ ਕਾਗਜ਼ਾਤ ਇਹਦੇ ਕੋਲ ਅਮਾਨਤ ਦੇ ਤੌਰ ਪੇ ਨੇ ਉਹ ਮੈਨੂੰ ਵਾਪਸ ਕਰਾਏ ਜਾਣ। ਜਦੋਂ ਇਹਨੂੰ ਸੰਮਣ ਗਏ ਤੇ ਇਹ ਹੋਰ ਐਕਟਿਵ ਹੋ ਗਿਆ। ਇਹਨੇ ਕੀ ਕੀਤਾ, ਇੱਕ ਦਲਿਤ ਬੰਦਾ ਖੜਾ ਕਰਕੇ, ਜੋ ਇਹਦੀ ਇੱਕ ਸਾਜ਼ਿਸ਼ ਚੱਲਦੀ ਹੁੰਦੀ ਪੁਰਾਣੀ, ਇਸੇ ਤਰ੍ਹਾਂ ਹੀ ਕਰਦਾ ਹੁੰਦਾ। ਇਹਨਾਂ ਨੇ ਜੀ ਮੇਰੇ ਜਿਹੜੇ 10 ਰੁਪਏ ਦੇ ਸਟਾਂਪ ਤੇ 20 ਰੁਪਏ ਦੇ ਸਟਾਂਪ ਸੀ 2003 ਦੇ, ਜੋ ਅੱਜ ਚੱਲਣ 'ਚ ਨਹੀਂ ਨੇ, ਪੁਰਾਣੇ ਸਮੇਂ ਦੇ, ਇਹਨੇ ਉਹਨਾਂ ਉੱਪਰ ਇੱਕ ਬਿਆਨਾ ਲਿਖਾ ਲਿਆ ਮੰਡੀ ਗੋਬਿੰਦਗੜ੍ਹ ਦੀ ਕਿਸੇ ਜ਼ਮੀਨ ਦਾ। ਉਸ ਬਿਆਨੇ ਦੇ ਉੱਪਰ ਲਿਖਾਇਆ ਕਿ ਅਸੀਂ ਇਹਨੂੰ ਪਲਾਟ ਵੇਚਿਆ। ਉਹ ਦਲਿਤ ਵਿਅਕਤੀ ਪ੍ਰਾਪਰਟੀ ਡੀਲਰ ਬਣ ਗਿਆ, ਉਹੀ ਗਵਾਹ ਬਣ ਗਿਆ। ਉਹਦੇ 'ਚ ਦੇਤਾ ਜੀ 6 ਮਹੀਨੇ ਬਾਅਦ ਇਹਨਾਂ ਨੇ ਰਜਿਸਟਰੀ ਕਰਾਉਣੀ ਸੀ, ਇਹਨਾਂ ਨੇ ਸਾਡੀ ਤੋਂ ਰਜਿਸਟਰੀ ਨਹੀਂ ਕਰਾਈ, ਤੇ ਅਮਰਜੀਤ ਸਿੰਘ ਜਸਵਿੰਦਰ ਸਿੰਘ ਤੋਂ ਮਾਫੀ ਮੰਗ ਰਿਹਾ ਸੀ। ਮੁੰਡੇ ਗਰਮ ਹੋ ਗਏ, ਇਹਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ, ਫਿਰ ਅਮਰਜੀਤ ਸਿੰਘ ਨੇ ਬੋਲੇ, ਉਹਦੀ ਵਾਈਫ ਨੇ ਬੋਲੇ। ਬਸ ਜੀ ਇਸ ਤਰ੍ਹਾਂ ਦੀ ਦਰਖਾਸਤ ਦੇ ਦਿੱਤੀ। ਇਹਨਾਂ ਨੇ SC/ST ਕਮਿਸ਼ਨ 'ਚ ਵੀ ਇੱਕ ਦਰਖਾਸਤ ਦੇ ਦਿੱਤੀ। ਮੈਨੂੰ SC/ST ਕਮਿਸ਼ਨ ਤੋਂ ਸੰਮਣ ਆਏ ਕਿ ਜੀ ਤੁਸੀਂ IG ਜਲੰਧਰ ਜਾ ਕੇ ਇਨਕੁਆਇਰੀ ਕਰਾਓ। ਮੈਂ ਬੜਾ ਪਰੇਸ਼ਾਨ ਹੋ ਗਿਆ। ਫਿਰ ਮੈਂ ਜੀ DGP ਪੰਜਾਬ ਕੋਲ ਗਿਆ। ਮੈਂ ਕਿਹਾ ਜੀ ਇਸ ਤਰ੍ਹਾਂ ਮੇਰੇ ਨਾਲ ਅਤਿਆਚਾਰ ਹੋ ਰਿਹਾ। ਮੈਂ DGP ਸਾਹਿਬ ਨੂੰ ਦਰਖਾਸਤ ਦਿੱਤੀ। DGP ਸਾਹਿਬ ਨੇ ਉਹ ਦਰਖਾਸਤ ਲੁਧਿਆਣਾ CP ਨੂੰ ਮਾਰਕ ਕਰ ਦਿੱਤੀ। ਅੱਛਾ, ਉਸ ਤੋਂ ਬਾਅਦ ਜੀ ਮੈਂ ਆਪਣੇ ਇੱਕ ਵਕੀਲ ਸਾਹਿਬ ਕੋਲ ਹਾਈ ਕੋਰਟ ਗਿਆ। ਮੈਂ ਕਿਹਾ ਜੀ ਇਸ ਤਰ੍ਹਾਂ ਮੈਨੂੰ ਕਿਸੇ ਵੇਲੇ SC/ST ਕਮਿਸ਼ਨ ਦੇ ਵਿੱਚੋਂ ਮੇਰੇ ਤੇ ਝੂਠਾ ਪਰਚਾ ਦਰਜ ਹੋਣ ਦਾ ਡਰ ਹੈ। ਉਹ ਕਹਿੰਦੇ ਤੁਸੀਂ RTI ਦੇ ਵਿੱਚ ਕਢਾਓ, ਤੁਹਾਡੇ ਖਿਲਾਫ SC/ST ਕਮਿਸ਼ਨ ਦੇ ਆਦੇਸ਼ ਕੀ ਦਿੱਤੇ ਨੇ। ਉਹ ਜਦੋਂ ਮੈਂ ਕਿਸੇ ਤਰ੍ਹਾਂ ਬੜਾ ਮੁਸ਼ਕਲ ਕਢਾਏ ਨੇ, ਉਹ ਮੈਨੂੰ ਪਤਾ, ਇੱਥੇ ਤੁਹਾਨੂੰ ਪਤਾ ਸਭ ਕੁਝ ਚੱਲਦਾ। ਗੱਲਬਾਤ ਕੀਤੀ ਜਾਵੇ ਤਾਂ ਫਰਾਡ ਦੇ ਰਾਹੀਂ ਜਿਹੜੀ ਘੁੰਮਣ ਕੇ ਚ ਪਾਈ ਰੱਖਿਆ ਪਰਿਵਾਰ ਦੀ ਇੱਜ਼ਤ ਦੇ ਖਾਤਰ ਬਹੁਤ ਕੁਝ ਕਰਨਾ ਪੈਂਦਾ ਇਹ ਚੀਜ਼ਾਂ ਦਾ। ਉਹ ਤੁਹਾਨੂੰ ਪਤਾ ਹੈ ਭ੍ਰਸ਼ਟਾਚਾਰ ਹੈ, ਲੈ ਦੇ ਬਗੈਰ ਕੁਝ ਨਹੀਂ ਹੁੰਦਾ। ਉਹ ਕਿਸੇ ਤਰ੍ਹਾਂ ਮੈਂ ਕਾਗਜ਼ ਕਢਾਏ ਤੇ ਉਹਦੇ ਵਿੱਚ SC/ST ਕਮਿਸ਼ਨ ਆਦੇਸ਼ ਕਰ ਰਿਹਾ ਕਿ ਜਿਹੜਾ ਦਲਿਤ ਵਿਅਕਤੀ ਹੈ ਉਹਦੇ ਵੱਲੋਂ ਦਿੱਤੀ ਦਰਖਾਸਤ ਦੀ ਇਨਕੁਆਇਰੀ IG ਜਲੰਧਰ ਕਰਨਗੇ। ਔਰ ਅਮਰਜੀਤ ਸਿੰਘ ਨੇ ਜਿਹੜੀ ਦਰਖਾਸਤ DGP ਪੰਜਾਬ ਨੂੰ ਦਿੱਤੀ ਹੈ, ਜਿਹੜਾ ਕਿ ਜਨਰਲ ਕੈਟਾਗਰੀ ਦਾ ਬੰਦਾ ਜਦਕਿ ਹੈ ਨਾ, ਉਹਦੀ ਵੀ ਇਨਕੁਆਇਰੀ IG ਜਲੰਧਰ ਕਰਨਗੇ। ਦੋਨਾਂ ਨੂੰ ਕਲੱਬ ਕਰਤਾ ਜਾਏ। SC/ST ਕਮਿਸ਼ਨ ਕੌਣ ਹੁੰਦਾ? ਇੱਕ ਜਨਰਲ ਕੈਟਾਗਰੀ ਦੇ ਬੰਦੇ ਬਾਰੇ ਆਦੇਸ਼ ਦੇਣਾ, ਉਹ SC/ST ਭਾਈਚਾਰੇ ਬਾਰੇ ਦਵੇ। ਅਸੀਂ ਕਹਿੰਦੇ ਹਾਂ ਠੀਕ ਹੈ, ਉਹਦੇ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏਗਾ, ਲੇਕਿਨ ਜੇ ਦੋਨਾਂ ਨੂੰ ਕਲੱਬ ਕਰਦੇ ਤੁਹਾਨੂੰ ਸਾਜ਼ਿਸ਼ ਨਹੀਂ ਲੱਗਦੀ। ਔਰ ਅਸੀਂ ਇਸੇ ਬਿਨਾਂ ਤੇ ਹਾਈ ਕੋਰਟ ਦੇ ਵਿੱਚ ਸਟੇ ਲਿਆ। ਸਾਨੂੰ ਮਾਨਯੋਗ ਜੱਜ ਸਾਹਿਬ ਨੇ ਸਟੇ ਦਿੱਤਾ, ਰਿਤੂ ਬਾਰੀ ਸਤਿਕਾਰਯੋਗ, ਉਹਨਾਂ ਨੇ ਸਾਨੂੰ ਸਟੇ ਦਿੱਤਾ। ਸਟੇ ਦੇਣ ਤੋਂ ਬਾਅਦ ਇਹ ਤਕਰੀਬਨ 2-2.5 ਸਾਲ ਕੋਰਟ ਦੇ ਵਿੱਚ ਪ੍ਰਕਿਰਿਆ ਚੱਲਦੀ ਰਹੀ। ਕਮਿਸ਼ਨ ਵੱਲੋਂ, ਪੰਜਾਬ ਪੁਲਿਸ ਵੱਲੋਂ ਅਫਸਰ ਉੱਥੇ ਹਾਜ਼ਰ ਹੋਏ ਤੇ ਜੱਜ ਸਾਹਿਬ ਦਾ ਇਹ ਵਕੀਲ ਨੂੰ ਕਹਿਣਾ, ਉਹਨਾਂ ਦੇ ਵਕੀਲ ਨੂੰ ਕਹਿਣਾ ਕਿ ਵਕੀਲ ਸਾਹਿਬ ਤੁਹਾਨੂੰ ਇਹ ਸਾਰੀ ਸਾਜ਼ਿਸ਼ ਨਹੀਂ ਲੱਗ ਰਹੀ। ਉਹਦੀ ਅਗਲੀ ਤਰੀਕ ਤੇ ਹੀ ਇਹਨਾਂ ਵੱਲੋਂ ਦਰਖਾਸਤ ਕਮਿਸ਼ਨ ਤੇ ਵਾਪਸ ਲੈ ਲੈਣੀ ਕਮਿਸ਼ਨ ਤੋਂ। ਇਹ ਸਾਹਮਣੇ ਸਾਫ਼ ਸਾਬਤ ਹੁੰਦਾ ਹੈ। ਜਿਹੜੇ ਜੱਜ ਸੀਗੇ ਉਹਨਾਂ ਨੇ ਇਹ ਗੱਲ ਕਹੀ ਵੀ ਸਾਜ਼ਿਸ਼ ਜਿਹੜੀ ਲੱਗੀ ਜਾ ਰਹੀ ਹੈ। ਤਾਂ ਇਹ ਮੈਂ ਮੈਂਸ਼ਨ ਕਰਨਾ ਚਾਹੂੰਗੀ, ਜਦੋਂ ਇਹ ਹਾਈ ਕੋਰਟ ਦੇ ਵਿੱਚ ਸਟੇ ਲੈਂਦੇ ਨੇ ਤਾਂ ਉੱਥੇ ਵੀ ਜਿਹੜਾ ਜੱਜ ਵੀ ਜਿਹੜੇ ਨੇ ਡਿਕਲੇਅਰ ਕਰ ਦਿੰਦੇ ਨੇ ਵੀ ਇਹ ਜਿਹੜੀ ਸਾਜ਼ਿਸ਼ ਰਚੀ ਗਈ ਹੈ। ਤਾਂ ਡਾਕੂਮੈਂਟਸ ਪੂਰੇ ਇਹਨਾਂ ਕੋਲ ਪ੍ਰੋਪਰ ਹੈਗੇ ਨੇ।
ਜਿਹੜੇ ਤੁਸੀਂ ਇਹ ਸਟੇ ਵਾਲੇ ਦੇ ਡਾਕੂਮੈਂਟ ਦੀ ਗੱਲ ਕਰ ਰਹੇ ਹੋ ਕਿ ਉਹ ਤੁਹਾਡੇ ਕੋਲ ਇਸ ਟਾਈਮ ਮੌਜੂਦ ਹਾਂਜੀ ਹੈਗੇ? ਮੌਜੂਦ ਨੇ ਜੀ, ਮੌਜੂਦ ਨੇ। ਕਾਗਜ਼ ਪਏ ਨੇ ਜੀ। ਬਟ ਇਹ ਕਮਿਸ਼ਨ ਦਾ ਆਰਡਰ ਜਿਹੜਾ ਉਹ ਪੜਨ ਵਾਲਾ ਹੈ ਜੀ। ਵੀ ਜਿਹੜਾ ਜਸਵਿੰਦਰ ਸਿੰਘ ਇੱਕ ਜਨਰਲ ਕੈਟਾਗਰੀ ਦਾ ਬੰਦਾ ਹੈ, ਜੀ ਕਮਿਸ਼ਨ ਕਿੱਦਾਂ ਆਰਡਰ ਕਰ ਸਕਦਾ ਹੈ? ਤੁਸੀਂ ਪਿਛੜੇ ਸਮਾਜ ਲਈ, ਠੀਕ ਹੈ, ਸ਼ਡਿਊਲ ਕਾਸਟ ਲਈ ਕਮਿਸ਼ਨ ਬਣਿਆ, ਤੁਸੀਂ ਜਨਰਲ ਕੈਟਾਗਰੀ ਲਈ ਨਹੀਂ ਬਣੇ। ਜੀ ਅਸੀਂ ਉਹਦੇ ਖਿਲਾਫ ਕੰਪਲੇਂਟ ਦਿੱਤੀ, ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਉਹਦੀ ਇਨਕੁਆਇਰੀ ਤੁਸੀਂ ਕਲੱਬ ਕੀਤੀ ਜਾਵੇ? ਬਿਲਕੁਲ। ਇਹ ਕਿਤੇ ਨਾ ਕਿਤੇ ਅਧਿਕਾਰੀ ਉਹ ਤੇ ਕਮਿਸ਼ਨ ਵਿੱਚ ਵੀ ਭ੍ਰਸ਼ਟਾਚਾਰ ਚ ਲਿਪਤ ਹੈਗੇ ਨੇ। ਇਹ ਮਾਨਯੋਗ ਚੇਅਰਮੈਨ ਸਾਹਿਬ ਜਿਹੜੇ ਕਮਿਸ਼ਨ ਦੇ ਹੈਗੇ ਨੇ, ਉਹਨਾਂ ਅੱਗੇ ਮੇਰੀ ਬੇਨਤੀ ਹੈ ਕਿ ਇਹਦੇ ਤੇ ਥੋੜੀ ਜਿਹੀ ਨਕੇਲ ਕੱਸੀ ਜਾਵੇ। ਜੀ ਤੁਹਾਨੂੰ ਹੁਣ ਲੱਗਦਾ ਤੁਸੀਂ ਜਦੋਂ ਉੱਥੇ ਸੀਐਮ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਉਹਨਾਂ ਨੇ ਬੁਲਾਇਆ, ਕੀ ਗੱਲਬਾਤ ਹੋਈ ਸੀ ਜਾਂ ਕਿੱਦਾਂ ਉਹਨਾਂ ਨੇ ਤੁਹਾਨੂੰ ਭਰੋਸਾ ਦਿਵਾਇਆ ਕਿ ਹੁਣ ਤੁਹਾਡਾ ਕੰਮ ਜਿਹੜਾ ਹੈ ਇੰਨੀ ਦੇਰ ਦਾ ਲਟਕਿਆ ਹੋਇਆ, ਇੰਨੇ ਸਾਲ ਹੋ ਗਏ ਵੀ ਤੁਸੀਂ ਭ੍ਰਿਸ਼ਟਾਚਾਰ ਦਾ ਜਿਹੜਾ ਤੁਹਾਨੂੰ ਸਹਿਣੇ ਪੈ ਰਹੇ, ਤੇ ਤੁਸੀਂ ਕੀ ਗੱਲਬਾਤ ਕੀਤੀ ਸੀ ਉਹਨਾਂ ਨਾਲ? ਪਹਿਲਾਂ ਤਾਂ ਜੀ ਪੁਲਿਸ ਦੀ ਕੋਸ਼ਿਸ਼ ਸੀ ਕਿ ਮੈਂ ਉੱਥੇ ਤੱਕ ਜਾਵਾਂ ਹੀ ਨਾ, ਮੇਰਾ ਮੂੰਹ ਹੀ ਬੰਦ ਕਰਨਾ ਸ਼ੁਰੂ ਕਰਤਾ। ਅਸੀਂ ਵੀਡੀਓ ਦੇਖੀ, ਕਾਫੀ ਤੁਸੀਂ ਮਤਲਬ ਕੋਸ਼ਿਸ਼ ਕਰ ਰਹੇ ਸੀ ਗੱਲਬਾਤ ਕਰਨ ਦੀ, ਤਾਂ ਸੀਐਮ ਭਗਵੰਤ ਮਾਨ ਆਪ ਹੀ ਤੁਹਾਨੂੰ ਬੁਲਾਉਂਦੇ ਨੇ ਵੀ ਤੁਸੀਂ ਸਟੇਜ ਤੇ ਸਾਡੇ ਨਾਲ ਗੱਲਬਾਤ ਕਰਨ ਆਓ, ਤੁਹਾਡੇ ਦੁੱਖ ਜਿਹੜੇ ਨੇ ਬਹੁਤ ਜਿਹੜੀ ਹੈ ਪਹੁੰਚਦੇ ਲੋਕ ਉੱਥੇ ਦੁੱਖ ਲੈ ਕੇ ਪਹੁੰਚਦੇ ਨੇ। ਮੈਨੂੰ ਮੁੱਖ ਮੰਤਰੀ ਜੀ ਦਾ ਪੂਰਾ ਨਾਸ ਹੈ, ਉਹ ਇਨਸਾਫ ਦੇਣਗੇ, ਜੀ ਉਹ ਦੇਣਾ ਵੀ ਚਾਹੁੰਦੇ ਨੇ। ਲੇਕਿਨ ਜਿਹੜੇ ਅਧਿਕਾਰੀ ਨੇ, ਕਰਪਟ ਅਧਿਕਾਰੀ, ਸਾਰਿਆਂ ਦਾ ਨਹੀਂ ਕਹਾਂਗਾ ਵੀ ਇਹ ਤੁਹਾਨੂੰ ਪਤਾ ਹੈ ਆਟੇ 'ਚ ਲੂਣ ਵਰਗੇ ਹੀ ਹੁੰਦੇ ਨੇ, ਲੇਕਿਨ ਇਹ ਜ਼ਹਿਰ ਬਣਾ ਦਿੰਦੇ ਨੇ ਉਸ ਆਟੇ ਨੂੰ। ਕੀ ਲੱਗਦਾ ਵੀ ਅਧਿਕਾਰੀ ਸਰਕਾਰਾਂ ਦੇ ਉੱਤੇ ਭਾਰੀ ਤਾਂ ਨਹੀਂ ਪੈ ਜਾਣਗੇ, ਕਿਉਂਕਿ ਸਰਕਾਰ ਬਦਲ ਰਹੀ ਹੈ, ਕਰਪਸ਼ਨ ਫ੍ਰੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੀ, ਹੈਲਪਲਾਈਨ ਨੰਬਰ ਦਿੱਤੇ ਜਾ ਰਹੇ ਨੇ। ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਹੁਣ ਮਸਲਾ ਜਿਹੜਾ ਹੈ ਸੀਐਮ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੱਲ ਵਿੱਚ ਹੋਏਗਾ? ਜਾਂ ਮੈਨੂੰ ਪੂਰੀ ਆਸ ਹੈ, ਜੇ ਮੈਨੂੰ ਇਨਸਾਫ ਨਾ ਮਿਲਿਆ, ਅਸੀਂ ਸਾਰਾ ਪਰਿਵਾਰ ਜੀ, ਪਹਿਲਾਂ ਵੀ ਮੈਂ ਕਈਆਂ ਨੂੰ ਕਹਿ ਚੁੱਕਿਆ, ਅਸੀਂ ਸਾਰੇ ਸੁਸਾਈਡ ਕਰ ਲਾਂਗੇ ਜੇ ਸਾਨੂੰ ਇਨਸਾਫ ਨਾ ਮਿਲਿਆ। ਭਰਿਆ ਪਰਿਵਾਰ, ਪਰ ਇੰਨਾ ਵੱਡਾ ਸਟੈਪ ਤੁਸੀਂ ਜਿਵੇਂ ਚੱਕਣ ਦੀ ਬਾਰੇ ਸੋਚ ਰਹੇ ਹੋ ਵੀ ਸੁਸਾਈਡ ਤੱਕ ਪਹੁੰਚ ਜਾਓਗੇ, ਲੱਗਦਾ ਨਹੀਂ ਵੀ ਭਰਿਆ ਪਰਿਵਾਰ ਹੈ, ਕਿਵੇਂ ਇੰਨਾ ਵੱਡਾ ਸਟੈਪ? ਕਿਉਂਕਿ ਸਰਕਾਰਾਂ ਦੇ ਉੱਤੇ ਫਿਰ ਵੀ ਅਸੀਂ ਥੋੜੀ ਬਹੁਤੀ ਉਮੀਦ ਜਿਹੜੀ ਹੈ ਕਰ ਸਕਦੇ ਹਾਂ ਵੀ ਜੇ ਗੱਲਬਾਤ ਹੋਈ ਹੈ ਤਾਂ ਉਹਨਾਂ ਨੂੰ ਵੀ ਸਮਾਂ ਜਿਹੜਾ ਦਿੱਤਾ ਜਾਣਾ ਚਾਹੀਦਾ। ਸਾਡੇ ਤੇ ਜੋ ਬੀਤੀ ਨਾ 20 ਸਾਲਾਂ 'ਚ, ਜੀ ਇਹ ਤਾਂ ਹੁਣ ਇੱਕ ਵਾਰ ਮਰਾਂਗੇ, ਅਸੀਂ ਰੋਜ਼ ਮਰਦੇ ਆਏ ਹਾਂ। ਜੀ ਇਸ ਕਰਕੇ ਹੁਣ ਨਾ ਜਿੱਦਾਂ ਕਹਿ ਲਓ ਸਬਰ ਦਾ ਪੈਮਾਨਾ ਛਲਕ ਗਿਆ, ਹੁਣ ਖਤਮ ਹੋ ਚੁੱਕੀ ਹੈ ਬਸ। ਜੀ ਹਾਂ। ਜੀ ਤਾਂ ਗੱਲਬਾਤ ਕਰ ਲੈਂਦੇ ਆ। ਸਰ ਕੀ ਕਹਿਣਾ ਚਾਹੁੰਦੇ ਹੋ? ਫਾਦਰ ਸਾਹਿਬ ਜੋ ਤੁਸੀਂ ਮਤਲਬ ਉਹਨਾਂ ਨੇ ਉਦੋਂ 50,000 ਰੁਪਏ ਇਲਾਜ ਦੇ ਦੌਰਾਨ ਲਿੱਤੇ ਸੀਗੇ, ਤਾਂ ਉਸ ਤੋਂ ਬਾਅਦ ਇਹ ਰਕਮ ਇੰਨੀ ਵੱਡੀ ਹੋ ਗਈ ਵੀ ਘਰ ਤੇ ਹੁਣ ਤੁਸੀਂ ਸੁਣ ਰਹੇ ਹੋ ਵੀ ਤੁਹਾਡੇ ਫਾਦਰ ਸਾਹਿਬ ਇਹ ਗੱਲਾਂ ਕਰ ਰਹੇ ਨੇ, ਕੀ ਲੱਗਦਾ ਵੀ ਇਹ ਨੌਬਤ ਕਿਸ ਤਰੀਕੇ ਦੇ ਨਾਲ ਪਹੁੰਚੀ? ਦੇਖੋ ਜੀ, ਉਦੋਂ ਮੇਰੀ ਉਮਰ 13-14 ਸਾਲ ਸੀ, ਮੈਂ ਸਕੂਲ 'ਚ ਪੜ੍ਹਦਾ ਸੀਗਾ। ਪਰ ਜਦੋਂ ਸਾਨੂੰ ਗਿਆਨ ਹੋਇਆ ਇਸ ਚੀਜ਼ ਦਾ ਵੀ ਉਹ ਬੰਦਾ ਇੱਕ ਬਲੈਕਮੇਲਿੰਗ ਕਰ ਰਿਹਾ ਹੈ, ਤੇ ਅਸੀਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਇਹ ਬਲੈਕਮੇਲਿੰਗ ਬਰਦਾਸ਼ਤ ਨਾ ਕਰੋ। ਜੀ ਇਹਨਾਂ ਨੇ ਆਪਣੇ ਪਰਿਵਾਰ ਨੂੰ ਬਚਾਉਣ ਪਿੱਛੇ ਉਨੀ ਦੇਰ ਸੈਕਰੀਫਾਈਸ ਕੀਤਾ। ਇਹ ਦੇਖੋ ਜੀ, 2006 ਦੇ ਵਿੱਚ ਇੱਕ ਡੀਐਸਪੀ ਰਿਮਾਰਕਸ ਦੇ ਰਿਹਾ ਉਸ ਫਾਈਨੈਂਸਰ ਬਾਰੇ ਜੀ ਵੀ ਇਹ ਇੱਕ ਗਰੋਹ ਹੈ ਵੀ ਜਿਹੜਾ ਲੋਕਾਂ ਤੋਂ ਐਕਸਟੋਰਟ ਕਰਦਾ ਮਨੀ, ਵੀ ਧੱਕੇ ਨਾਲ ਪੈਸੇ ਲੈਂਦੇ ਨੇ, ਹੈ ਨਾ। ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਵੀ ਉਹਨਾਂ ਨੇ ਕੀ ਕੀਤਾ ਹੈ ਵੀ ਐਪਲੀਕੈਂਟ ਐਡਵਾਂਸ ਲੋਨ ਗੈਟਿੰਗ ਸਿਗਨੇਚਰਸ ਔਨ ਬਲੈਂਕ ਪੇਪਰ, ਵੀ ਇਹਨੂੰ ਬਲੈਂਕ ਪੇਪਰ ਤੇ ਚੈੱਕ ਦੇ ਉੱਤੇ ਸਾਈਨ ਲੈਣ ਦਾ ਟੈਰਰਾਈਜ਼ ਕਰਦਾ। ਉਸ ਤੋਂ ਬਾਅਦ ਉਹਨਾਂ ਨੂੰ ਫਾਈਨੈਂਸਰ ਅਕਸਰ ਆਪਾਂ ਦੇਖਦੇ ਹਾਂ ਪ੍ਰਾਈਵੇਟ ਫਾਈਨੈਂਸਰ ਜਿਹੜੇ ਹੁੰਦੇ ਨੇ ਅਕਸਰ ਇਦਾਂ ਕਰਦੇ ਨੇ ਵੀ ਜੇ ਤੁਸੀਂ ਉਹਨਾਂ ਤੋਂ ਪੈਸੇ ਲੈਣੇ ਹੋ, ਕੋਈ ਰਕਮ ਲੈਣੇ ਹੋ, ਤਾਂ ਤੁਹਾਡੇ ਕੋਲ ਬਲੈਂਕ ਚੈੱਕ ਤੇ ਸਾਈਨ ਕਰਵਾਏ ਜਾਂਦੇ ਨੇ, ਪਰ ਬਲੈਂਕ ਚੈੱਕ ਫਿਰ ਵਾਪਸ ਵੀ ਕਰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਕੈਨਸਲ ਵੀ ਕਰ ਦਿੱਤਾ ਜਾਂਦਾ। ਇਹ ਜਿਹੜਾ ਮਾਫੀਆ ਜੀ ਇਹ ਵਾਪਸ ਨਹੀਂ ਕਰਦਾ ਹੈਗਾ। ਅੱਛਾ ਜੀ, ਇਹ ਤੁਹਾਡੇ ਨਾਲ ਇਹ ਚੀਜ਼ ਇਹ ਚੀਜ਼ ਆਪਾਂ ਨੂੰ ਖੈਰ ਇਸ 60 ਤੋਂ ਬਾਅਦ ਅਸੀਂ ਕਿਸੇ ਫਾਈਨੈਂਸਰ ਵੱਲ ਕਿਸੇ ਦਿਨ ਦੇਖਿਆ ਨਹੀਂ, ਪਰ ਇਸ ਫਾਈਨੈਂਸਰ ਨੇ ਇੱਕੋ ਸਟੋਰੀ ਦੇ 3 ਪਰਚੇ ਦਰਜ ਕਰਾਏ। ਇੱਕ 138 ਦਾ ਉਹਨਾਂ ਨੇ ਕੋਰਟ 'ਚ ਕੇਸ ਲਾਇਆ, ਇੱਕ 420 67 68 71 ਲਾਈ ਉਹਨਾਂ ਨੇ। 420 68 67 68 71 AIG ਸਾਹਿਬ ਕਹਿੰਦੇ ਨੇ ਵੀ ਜੋ ਪਾਰਟੀ ਹੈ ਅਮਰਜੀਤ ਸਿੰਘ ਹੈ ਉਹ ਬਿਆਨ ਦਰਜ ਕਰਾਉਣ ਨਹੀਂ ਆਏ। ਅਸੀਂ ਬਿਆਨ ਦਰਜ ਕਰਾਉਣ ਗਏ ਸੀਗੇ। ਇਹ ਗੇਟ ਪਾਸ ਹੈ ਪੰਜਾਬ ਪੁਲਿਸ ਹੈੱਡਕੁਆਟਰ ਦਾ 23 ਜੂਨ 2020 ਦਾ। 23 ਜੂਨ 2020 ਦੇ ਵਿੱਚ ਵੀ ਜਿਹੜਾ ਇਹਨਾਂ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਸੀਗਾ, ਪਰ ਅਫਸਰ ਲੇਕਿਨ ਸਾਡੇ ਬਿਆਨ ਨਹੀਂ ਦਰਜ ਕੀਤੇ। ਅੱਛਾ, ਸਾਨੂੰ ਧਮਕਾ ਕੇ ਕਿਹਾ ਕਿ ਪਾਪਾ ਤੂੰ ਭੱਜ ਜਾ, ਨਹੀਂ ਤਾਂ ਤੇਰੇ ਤੇ ਮੈਂ ਹੁਣੇ ਹੀ ਪਰਚਾ ਦਰਜ। ਉਹਨਾਂ ਨੇ ਕਿਹਾ ਮੈਨੂੰ ਲਿਖ ਕੇ ਦੇ ਵੀ ਤੇਰੇ ਫਾਦਰ ਸਾਹਿਬ ਇੱਥੇ ਨਹੀਂ ਹੈਗੇ, ਜਦੋਂ ਲੋਕਲ ਆਣਗੇ ਤਾਂ ਤੁਹਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਨਗੇ। ਤੁਹਾਨੂੰ ਕੀ ਲੱਗਦਾ ਹੈ ਪਿੱਛੇ ਕੋਈ ਦਬਾਅ ਹੈ ਅਫਸਰਾਂ ਦੇ ਉੱਤੇ? ਕਿਉਂ ਤੁਹਾਡੇ ਇਹ ਨੈਕਸਸ ਹੈ ਜੀ, ਇਹ ਨੈਕਸਸ ਰਲ ਕੇ ਕੰਮ ਕਰ ਰਿਹਾ। ਦੇਖੋ ਜੀ, ਇਹ ਪਰਚਾ ਦਰਜ ਹੋਣ ਤੋਂ ਪਹਿਲੇ ਅਸੀਂ ਬਲੈਂਕਟ ਬੇਲ ਅਪਲਾਈ ਕੀਤੀ ਸੀ ਕੋਰਟ ਦੇ ਵਿੱਚ, ਜਿਹਦੇ 'ਚ ਪੰਜਾਬ ਪੁਲਿਸ ਕੋਰਟ 'ਚ ਆ ਕੇ ਕਹਿੰਦੀ ਹੈ ਵੀ ਅਮਰਜੀਤ ਸਿੰਘ ਦੇ ਖਿਲਾਫ ਕੋਈ ਵੀ ਪੈਂਡਿੰਗ ਕੰਪਲੇਂਟ ਨਹੀਂ ਹੈ ਜੀ, ਠੀਕ ਹੈ ਜੀ, ਕੋਈ ਵੀ ਅਸੀਂ ਇਹਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ ਜੀ, ਔਰ ਉਸ ਤੋਂ ਕੁਝ ਦਿਨ ਬਾਅਦ ਹੀ ਪਰਚਾ ਦਰਜ ਕੀਤਾ ਜਾਂਦਾ। ਇਹ ਪ੍ਰੂਫ ਉਸ ਚੀਜ਼ ਦੇ ਨੇ ਜਿੱਥੇ ਕਿਹਾ ਜਾਂਦਾ ਵੀ ਕੋਈ ਕੰਪਲੇਂਟ ਨਹੀਂ ਹੈਗੀ। ਜਸ਼ਨਦੀਪ ਗਿੱਲ ਪੰਜਾਬ ਪੁਲਿਸ ਵੱਲੋਂ ਪੇਸ਼ ਹੁੰਦੇ ਨੇ ਤੇ ਕਹਿੰਦੇ ਇਹਨਾਂ ਖਿਲਾਫ ਕੋਈ ਕੰਪਲੇਂਟ ਪੈਂਡਿੰਗ ਨਹੀਂ ਹੈ। ਹਫਤੇ 10 ਦਿਨ ਬਾਅਦ ਪਰਚਾ ਦਰਜ ਤੇ ਹੋ ਗਿਆ। 26 ਫਰਵਰੀ ਨੂੰ ਪਰਚਾ ਦਰਜ ਹੋ ਜਾਂਦਾ ਹੈ ਜੀ।
ਮੈਂ ਉਸ ਉੱਚ ਅਧਿਕਾਰੀ ਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦੀ ਟਰਾਂਸਫਰ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ 'ਚ ਹੋ ਗਈ ਹੈ। ਹਿਊਮਨ ਰਾਈਟਸ ਤਾਂ ਖਤਰੇ 'ਚ ਆ ਗਿਆ ਬਿਲਕੁਲ ਵੀ ਉਹ ਉੱਚ ਅਧਿਕਾਰੀ ਪੰਜਾਬ ਸਟੇਟ ਦੇ ਹਿਊਮਨ ਰਾਈਟਸ ਦੇਖੇਗਾ ਜੋ ਕਰਪਟ ਨੇ। ਜਿਹਨੇ ਹਿਊਮਨ ਰਾਈਟਸ ਦੀ ਉਲੰਘਣਾ ਪਹਿਲਾਂ ਹੀ ਇੰਨੀ ਵੱਡੀ ਕਰਤੀ, ਝੂਠੇ ਮੁਕੱਦਮੇ ਦਰਜ ਕੀਤੇ, ਰਿਸ਼ਵਤਾਂ ਖਾਧੀਆਂ ਔਰ ਵਨ ਸਾਈਡਡ ਤੁਸੀਂ ਫੈਸਲੇ ਸੁਣਾਉਂਦੇ ਪਏ ਹੋ। ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਵੀ, ਕੀ ਅਪੀਲ ਕਰਨਾ ਚਾਹੁੰਦੇ ਹੋ? ਸਾਰੇ ਡਾਕੂਮੈਂਟਸ ਅਸੀਂ ਸਾਡਾ ਦੇਖੇ। ਇਹ ਵਿਸ਼ਵਾਸ ਸੀਗਾ ਆਮ ਆਦਮੀ ਪਾਰਟੀ ਤੇ ਵੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਦਿੱਲੀ ਗਏ ਆ, ਜਦੋਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਹੁੰਦੀ ਸੀ, ਅਸੀਂ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਵੀ ਸਾਡੇ ਨਾਲ 2021 ਨੂੰ ਇਹ ਉਹਨਾਂ ਵੱਲੋਂ ਰਿਸੀਵ ਕੀਤੀ ਹੋਈ ਚਿੱਠੀ ਹੈ, ਉੱਤੇ ਉਹਨਾਂ ਦੀ ਮੋਹਰ ਲੱਗੀ ਹੋਈ ਹੈ। ਉਹਨਾਂ ਨੇ 5 ਮਾਰਚ ਨੂੰ ਰਿਸੀਵ ਕੀਤੀ ਔਰ ਇੱਕ ਵੇਰਵਾ ਪਾ ਕੇ ਪੰਜਾਬ ਸਰਕਾਰ ਨੂੰ ਭੇਜਤੀ ਵੀ ਇਸ ਚੀਜ਼ ਤੇ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ, ਹੁਣ ਤਾਂ ਕਾਂਗਰਸ ਦੀ ਸਰਕਾਰ ਨਹੀਂ ਹੈ, ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਅਸੀਂ ਵੀ ਪੂਰਨ ਆਸ ਕਰਕੇ ਉਹਨਾਂ ਨੂੰ ਵੋਟ ਪਾਈ ਵੀ ਇਹਨਾਂ ਦੀ ਸਰਕਾਰ ਆਏਗੀ, ਬਦਲਾਅ ਆਏਗਾ। ਬਦਲਾਅ ਸਰਕਾਰ ਚਾਹੁੰਦੀ ਹੈ ਪਰ ਨੀਚਲੇ ਭ੍ਰਿਸ਼ਟ ਅਧਿਕਾਰ ਉਹ ਸਿਸਟਮ ਨਹੀਂ ਬਦਲਣਾ ਦੇਣਾ ਚਾਹੁੰਦੇ। ਪੁਲਿਸ ਦਾ ਹਮੇਸ਼ਾ ਖਤਰਾ ਇਹੀ ਬਣਿਆ ਰਹਿੰਦਾ ਹੈ ਵੀ ਕੋਈ ਨਾ ਕੋਈ ਨਾਜਾਇਜ਼ ਪਰਚੇ 'ਚ ਫਸਾ ਦਿਓ, ਕੋਈ ਨਾ ਕੋਈ ਨਾਜਾਇਜ਼ ਪਰਚੇ 'ਚ ਫਸਾ ਦਿਓ। ਬਕਾਇਦਾ ਸਾਡੇ ਜੋ ਆਈਓ ਸਾਹਿਬ ਨੇ ਜਿਨ੍ਹਾਂ ਨੇ ਇਹ 420 67 68 'ਚ ਉਹਨਾਂ ਦੀ ਰਿਸ਼ਵਤ ਲੈਂਦੇ ਦੀ ਵੀ ਕਾਲ ਰਿਕਾਰਡਿੰਗ ਸਾਡੇ ਕੋਲ ਹੈ। ਮੈਂ ਉਹ ਤੁਹਾਨੂੰ ਵੀਡੀਓ ਤੁਹਾਨੂੰ ਦੇ ਦਾਂਗਾ, ਉਹਦੇ 'ਚ ਉਹ ਮੰਨਦੇ ਪਏ ਨੇ ਵੀ ਤੁਸੀਂ ਆਪਣੇ ਮੁੰਡੇ ਨੂੰ ਭੇਜੋ ਤੇ ਆਪਣਾ 10,000 ਵਾਪਸ ਮੰਗਾ ਲਓ। ਅੱਛਾ, ਇਹ ਜਿਹੜੀ ਤੁਸੀਂ ਰਿਸ਼ਵਤ ਦਿੱਤੀ ਸੀ, ਜਦੋਂ ਤੁਸੀਂ ਉਹਨਾਂ ਨੂੰ ਕਿਹਾ ਵੀ ਰਿਕਾਰਡਿੰਗ ਹੋ ਗਈ ਤਾਂ ਉਹ ਕਹਿੰਦੇ ਵੀ ਪੈਸੇ ਵਾਪਸ ਲੈ ਜਾਓ, ਇਹ ਚੀਜ਼ ਤਾਂ ਇਹ ਮੈਂ ਜ਼ਰੂਰ ਮੈਂਸ਼ਨ ਕਰੂੰਗੀ ਵੀ ਜੇ ਤੁਸੀਂ ਦੇਖ ਰਹੇ ਹੋ ਵੀਡੀਓ ਧਿਆਨ ਨਾਲ ਤਾਂ ਜ਼ਰੂਰ ਸਮਝੋ ਇਸ ਚੀਜ਼ ਨੂੰ ਵੀ ਜੇ ਸਾਜ਼ਿਸ਼ਾਂ ਰਚੀਆਂ ਗਈਆਂ ਤਾਂ ਇੱਕ ਫਾਈਨੈਂਸਰ ਦੇ ਵੱਲੋਂ ਫਰਾਡ ਕੀਤਾ ਜਾਂਦਾ ਹੈ। ਵੀਡੀਓ ਵੀ ਇਹਨਾਂ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਹੈ ਤਾਂ ਸਰਕਾਰ ਇਹਦੇ ਉੱਤੇ ਹੁਣ ਕਿਵੇਂ ਐਕਸ਼ਨ ਲੈਂਦੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਸਟੇਜ ਤੋਂ ਸਪੈਸ਼ਲੀ ਆਵਾਜ਼ ਮਾਰ ਕੇ ਬੁਲਾਇਆ ਔਰ ਇਹਨਾਂ ਦਾ ਜਿਹੜੀ ਹੈ ਗੱਲਬਾਤ ਸੁਣਨ ਦੀ ਕੋਸ਼ਿਸ਼ ਕੀਤੀ ਔਰ ਇਸ ਉੱਤੇ ਪੂਰੀ ਜਿਹੜੀ ਹੈ ਉਹਨਾਂ ਵੱਲੋਂ ਕੋਸ਼ਿਸ਼ ਰਹੀ ਹੈ ਕਿ ਇਸ ਨੂੰ ਹੱਲ ਕੀਤਾ ਜਾਵੇ। ਤਾਂ ਅਪੀਲ ਵੀ ਇਹਨਾਂ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਕਿ ਜਲਦ ਤੋਂ ਜਲਦ ਸਰਕਾਰ ਬਦਲਣ ਦੇ ਨਾਲ ਇਹਨਾਂ ਦੇ ਜਿਹੜੇ ਅਧਿਕਾਰੀ ਜਿਨ੍ਹਾਂ ਨੇ ਇਹਨਾਂ ਉੱਤੇ ਭ੍ਰਿਸ਼ਟਾਚਾਰ ਦਾ ਜਿਹੜਾ ਕੀਤਾ ਉਸ ਨੂੰ ਵੀ ਜਲਦ ਤੋਂ ਜਲਦ ਠੀਕ ਕੀਤਾ ਜਾਵੇ। ਵੀਡੀਓ ਉਹ ਠੀਕ ਠਾਕ ਹੈ, ਵਧੀਆ ਹੋ ਗਿਆ। ਵਧੀਆ ਭਾਜੀ ਹੋ ਗਿਆ, ਲੇਕਿਨ ਤੁਸੀਂ ਤੇ ਮੇਰੇ ਖਿਲਾਫ ਬੋਲਿਆ ਸਾਰਾ। ਜਦ ਤੁਹਾਨੂੰ ਮੈਂ ਮਿਲ ਕੇ ਤੁਸੀਂ ਸਮਝਦੇ ਨਹੀਂ। ਹਾਂ ਪਰ ਜਿਹੜਾ ਅਸੀਂ ਸਰਕਾਰ ਵੱਲੋਂ ਪ੍ਰਬੰਧ ਅਸੀਂ ਐ ਥੋੜਾ ਹੁੰਦੇ ਵੀ ਹੁਣੇ ਕਰ ਦਿਓ ਜੀ ਫਿਰ। ਨਹੀਂ ਭਾਜੀ ਨਹੀਂ, ਜਦ ਮੈਂ ਤੁਹਾਨੂੰ ਮੇਰੀ ਗੱਲ ਸੁਣੋ, ਜਦ ਤੁਹਾਨੂੰ ਮੈਂ ਮਿਲ ਲਿਆ ਸੀ ਤੁਹਾਨੂੰ ਨਹੀਂ ਚਾਹੀਦਾ ਸੀ ਇਦਾਂ। ਉਹ ਮੇਰੇ ਦੇਖੋ ਮੇਰੀ ਗੱਲ ਸੁਣੋ, ਹਾਂ ਐ ਅਸੀਂ ਸਰਕਾਰ ਦਾ ਜੋ ਹੁੰਦਾ ਉਹੀ ਹੁੰਦਾ। ਆਏ ਮੇਰੀ ਗੱਲ ਐ ਨਹੀਂ ਹੁੰਦਾ। ਉਹ ਨਹੀਂ ਭਾਜੀ ਮੇਰੇ ਨਾਲ ਮੇਰੇ ਜਦ ਤੁਹਾਨੂੰ ਮੈਂ ਮੇਰੀ ਗੱਲ ਸੁਣ ਲਓ, ਤੁਹਾਨੂੰ ਮੇਰੇ ਖਿਲਾਫ ਨਹੀਂ ਬੋਲਣਾ। ਆ ਜਾਓ, ਕੋਈ ਗੱਲ ਨਹੀਂ, ਜਿਹੜੇ ਕਿਲੇ ਛਕੇ ਕੋਈ ਨਾ ਬਹਿ ਗੱਲ ਲਾਂਗੇ, ਠੀਕ ਹੈ। ਨਹੀਂ ਭਾਜੀ ਉਹ 10,000 ਰੁਪਇਆ ਤੁਸੀਂ ਮੋੜ ਦਿਓ ਭਾਜੀ, ਮੈਂ ਤੁਹਾਨੂੰ ਸਹੀ ਗੱਲ ਕਵਾਂ। ਮੈਂ ਗੱਲ ਲਈ ਤੂੰ 10,000 ਰੁਪਏ ਵੀ ਮਰੀ ਜਾਂਦਾ ਯਾਰ ਗੱਲਾਂ। ਉਹ ਤਾਂ ਭਾਜੀ ਤੁਹਾਨੂੰ ਮੈਂ ਪ੍ਰੂਫ ਦੇ ਦੂੰਗਾ, ਚਲੋ ਉਹਦੀ ਕਿਹੜੀ ਗੱਲ ਹੈ, ਉਹ ਤਾਂ ਪ੍ਰੂਫ ਹੈਗਾ ਮੇਰੇ ਕੋਲ। ਉਹ ਤੁਸੀਂ ਕਹੋਗੇ ਪ੍ਰੂਫ, ਤੁਹਾਨੂੰ ਮੈਂ ਪ੍ਰੂਫ ਭੇਜ ਦੇਵਾਂ, ਹੁਣੇ ਭੇਜ ਦੇਵਾਂ। ਫਿਰ ਤੁਸੀਂ ਮੈਨੂੰ 10,000 ਰੁਪਏ ਮੋੜ ਦਿਓ ਭਾਜੀ। ਨਹੀਂ ਭਾਜੀ ਫਿਰ ਪਤਾ ਕਿ ਮੈਨੂੰ ਪਤਾ ਸੀ ਇਹ ਕੰਮ ਹੋ ਸਕਦਾ, ਮੈਂ ਪ੍ਰੂਫ ਤਾਂ ਰੱਖਿਆ ਸੀਗਾ। ਮੈਨੂੰ ਤਾਂ ਬੰਦੇ ਨੇ ਪਹਿਲਾਂ ਹੀ ਕਹਿੰਦਾ ਸੀਗਾ ਵੀ ਉਹ ਬੰਦਾ ਹੈ, ਪਰ ਤੁਸੀਂ ਹਾਂਜੀ ਮੇਰੀ ਗੱਲ ਕੋਈ ਗੱਲ ਨਹੀਂ, ਲੈ ਕੋਈ ਗੱਲ ਨਹੀਂ। ਹਾਂ ਤਾਂ ਤੁਸੀਂ ਮੈਨੂੰ ਮੋੜ ਦਿਓ ਭਾਜੀ। ਮੈਂ ਠੀਕ ਆ, ਕੋਈ ਗੱਲ ਨਹੀਂ। ਹਾਂ ਕਦੋਂ ਮੈਂ ਕੱਲ ਭੇਜਾਂ ਬੰਦਾ? ਇਹ ਦੇ ਕੋਈ ਨਾ ਲੈ ਜਾ। ਹਾਂ ਮੈਂ ਭੇਜਦਾ, 10,000 ਰੁਪਏ ਦੇ ਦਿਓ, ਠੀਕ ਹੈ। ਤਾਂ ਇਹ ਹੁਣ ਐਕਸ਼ਨ ਜਿਹੜਾ ਸਰਕਾਰ ਕਿਸ ਤਰੀਕੇ ਦੇ ਨਾਲ ਲੈਂਦੀ ਹੈ ਅਧਿਕਾਰੀਆਂ ਦੇ ਉੱਤੇ, ਕਰਪਸ਼ਨ ਫ੍ਰੀ ਸਰਕਾਰ ਜਿੱਥੇ ਜ਼ੀਰੋ ਟੋਲਰੈਂਸ ਕਰਪਸ਼ਨ ਦੀ ਰੱਖੀ ਜਾਂਦੀ ਹੈ, ਸਵਾਲ ਹੁਣ ਅਧਿਕਾਰੀਆਂ ਦੇ ਉੱਤੇ ਕੀਤੇ ਜਾਂਦੇ ਨੇ ਕਿ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ ਮਦਦ ਮਿਲਦੀ ਹੈ ਅਧਿਕਾਰੀਆਂ ਦੀ। ਜੇ ਇਸ ਤਰੀਕੇ ਦੇ ਜੇ ਇਹ ਸਾਹਮਣੇ ਆਏ ਨੇ ਤਾਂ ਹੋਰ ਬਹੁਤ ਲੋਕ ਹੋਣਗੇ ਜਿਹੜੇ ਸ਼ਾਇਦ ਡਰ ਦੇ ਮਾਰੇ ਅੰਦਰ ਨੇ। ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਸੀਐਮ ਭਗਵੰਤ ਮਾਨ ਇਸ ਉੱਤੇ ਜਾਂ ਪੁਲਿਸ ਅਧਿਕਾਰੀ ਇਸ ਉੱਤੇ ਕਿਵੇਂ ਐਕਸ਼ਨ ਲੈਂਦੇ ਨੇ ਔਰ ਉਸ ਫਾਈਨੈਂਸਰ ਨੂੰ ਕਿਵੇਂ ਲੱਭਦੇ ਨੇ ਜਾਂ ਕਿਵੇਂ ਗੱਲਬਾਤ ਕੀਤੀ ਜਾਂਦੀ, ਸਾਰੀ ਅੱਗੇ ਜਿਹੜੀ ਅਪਡੇਸ਼ਨ ਤੁਹਾਨੂੰ ਨਾਲ ਦੇ ਨਾਲ ਦੱਸਦੇ ਰਵਾਂਗੇ। ਹੋਰ ਵਧੇਰੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦਰਸ਼ੀ ਦੇ ਨਾਲ ਮੈਂ ਪ੍ਰਬਲੀਨ ਕੌਰ।